ਅਸੀਂ ਬਹੁਤ ਗਰੀਬ ਸੀ, ਫਿਰ ਵੀ ਮੇਰੀ ਭੈਣ ਮੈਨੂੰ ਵਧੀਆ ਵਧੀਆ ਖਾਣਾ ਖਵਾਉਂਦੀ ਸੀ। ਪਤਾ ਨਹੀਂ ਉਹਨਾਂ ਕੋਲ ਇੰਨੇ ਪੈਸੇ ਕਿੱਥੋਂ ਆ ਜਾਂਦੇ ਸੀ। ਅਸੀਂ ਇੱਕ ਸੇਠਾਣੀ ਦੇ ਘਰ ਕੰਮ ਕਰਦੇ ਸੀ। ਘਰ ਦਾ ਸਾਰਾ ਕੰਮ ਮੈਂ ਕਰਦੀ ਸੀ ਤੇ ਭੈਣ ਸੇਠਾਣੀ ਨਾਲ ਇੱਕ ਕਮਰੇ ਵਿੱਚ ਬੰਦ ਹੋ ਜਾਂਦੀ ਸੀ ਤੇ 2-3 ਘੰਟੇ ਬਾਅਦ ਹੀ ਨਿਕਲਦੀ ਸੀ। ਜਦੋਂ ਉਹ ਨਿਕਲਦੀ ਤਾਂ ਬਿਲਕੁਲ ਪਸੀਨਾ ਪਸੀਨਾ ਹੁੰਦੀ ਤੇ ਬਹੁਤ ਥੱਕੀ ਹੋਈ ਲੱਗਦੀ। ਉਸ ਦੀਆਂ ਅੱਖਾਂ ਵੀ ਲਾਲ ਹੋ ਚੁੱਕੀਆਂ ਹੁੰਦੀਆਂ ਸਨ। ਫਿਰ ਇੱਕ ਦਿਨ ਜਦੋਂ ਮੈਂ ਕਮਰੇ ਦੇ ਅੰਦਰ ਝਾਕ ਕੇ ਦੇਖਿਆ ਤਾਂ ਮੇਰੇ ਪੈਰਾਂ ਥੱਲੋਂ ਜ਼ਮੀਨ ਖਿਸਕ ਗਈ, ਕਿਉਂਕਿ ਉੱਥੇ ਮੇਰੀ ਭੈਣ ਸੇਠਾਣੀ ਨਾਲ। ਮੈਂ ਇੱਕ ਗਰੀਬ ਘਰ ਵਿੱਚ ਜਨਮ ਲਿਆ ਸੀ। ਮੇਰੀ ਭੈਣ ਇੱਕ ਵੱਡੇ ਬੰਗਲੇ ਵਿੱਚ ਨੌਕਰੀ ਕਰਦੀ ਸੀ। ਮੇਰੇ ਮੰਮੀ ਪਾਪਾ ਇਸ ਦੁਨੀਆ ਵਿੱਚ ਨਹੀਂ ਸਨ। ਮੇਰੇ ਮੰਮੀ ਪਾਪਾ ਦੀ ਮੌਤ ਹੋਏ ਕਈ ਸਾਲ ਹੋ ਚੁੱਕੇ ਸਨ। ਇਸ ਲਈ ਮੇਰੀ ਭੈਣ ਤੇ ਮੈਂ ਇਕੱਲੇ ਹੀ ਰਹਿੰਦੇ ਸੀ। ਮੈਂ ਆਪਣੀ ਗੁਆਂਢੀ ਚਾਚੀ ਦੇ ਘਰ ਵਿੱਚ ਹੀ ਖੇਡਦੀ ਰਹਿੰਦੀ ਸੀ। ਜਦੋਂ ਮੈਂ 17 ਸਾਲ ਦੀ ਹੋ ਗਈ ਸੀ ਤਾਂ ਮੇਰੀ ਭੈਣ ਮੈਨੂੰ ਵੀ ਆਪਣੇ ਨਾਲ ਕੰਮ ਤੇ ਲੈ ਜਾਂਦੀ। ਮੈਂ ਪਹਿਲਾਂ ਵੀ ਕਦੇ-ਕਦੇ ਭੈਣ ਦੇ ਨਾਲ ਬੰਗਲੇ ਵਿੱਚ ਚਲੀ ਜਾਂਦੀ ਸੀ, ਪਰ ਕੰਮ ਨਹੀਂ ਕਰਦੀ ਸੀ। ਪਰ ਅੱਜ ਜਿੱਥੇ ਮੇਰੀ ਭੈਣ ਮੈਨੂੰ ਲੈ ਕੇ ਗਈ ਸੀ ਉਹ ਕੋਈ ਦੂਜਾ ਬੰਗਲਾ ਸੀ। ਮੈਂ ਭੈਣ ਨੂੰ ਪੁੱਛਿਆ ਤਾਂ ਉਹ ਕਹਿਣ ਲੱਗੀ, ਇਸ ਘਰ ਦੀ ਸੇਠਾਣੀ ਚੰਗੇ ਪੈਸੇ ਦੇ ਰਹੀ ਹੈ। ਜਦੋਂ ਭੈਣ ਮੈਨੂੰ ਲੈ ਕੇ ਗਈ ਉਦੋਂ ਸੇਠਾਣੀ ਸਾਹਮਣੇ ਵਿਹੜੇ ਵਿੱਚ ਬੈਠੀ ਸੀ। ਮੇਰੀ ਭੈਣ ਨੂੰ ਦੇਖ ਕੇ ਉਸ ਔਰਤ ਦੇ ਚਿਹਰੇ ਤੇ ਇੱਕ ਅਜੀਬ ਜਿਹੀ ਮੁਸਕਰਾਹਟ ਆ ਗਈ। ਮੇਰੀ ਭੈਣ ਨੇ ਉਸ ਔਰਤ ਨਾਲ ਜਾਣ ਪਛਾਣ ਕਰਵਾਈ। ਉਸ ਔਰਤ ਨੇ ਅਜੀਬ ਨਜ਼ਰਾਂ ਨਾਲ ਮੈਨੂੰ ਸਿਰ ਤੋਂ ਲੈ ਕੇ ਪੈਰ ਤੱਕ ਬੜੇ ਧਿਆਨ ਨਾਲ ਦੇਖਿਆ। ਮੈਨੂੰ ਉਸ ਦਾ ਇਸ ਤਰ੍ਹਾਂ ਦੇਖਣਾ ਚੰਗਾ ਨਹੀਂ ਲੱਗਿਆ ਸੀ। ਭੈਣ ਨੇ ਕਿਹਾ, ਅੱਜ ਤੋਂ ਬਾਅਦ ਮੇਰੀ ਭੈਣ ਵੀ ਕੰਮ ਤੇ ਆਇਆ ਕਰੇਗੀ। ਉਹ ਕਹਿਣ ਲੱਗੀ, ਇਹ ਤੂੰ ਚੰਗਾ ਕੀਤਾ। ਫਿਰ ਮੇਰੀ ਭੈਣ ਨੇ ਮੈਨੂੰ ਝਾੜੂ ਫੜਾਇਆ ਤੇ ਕਹਿਣ ਲੱਗੀ, ਤੂੰ ਪੂਰੇ ਬੰਗਲੇ ਵਿੱਚ ਝਾੜੂ ਪੋਚਾ ਲਗਾ ਦੇ, ਇਸ ਤੋਂ ਬਾਅਦ ਰਸੋਈ ਸਾਫ਼ ਕਰ ਦੇਣਾ। ਫਿਰ ਮੈਂ ਤੈਨੂੰ ਦੂਜਾ ਕੰਮ ਦੱਸਦੀ ਹਾਂ। ਇਹ ਕਹਿ ਕੇ ਭੈਣ ਨੇ ਆਪਣੀ ਸੇਠਾਣੀ ਵੱਲ ਦੇਖਿਆ ਤੇ ਸੇਠਾਣੀ ਨੇ ਮੁਸਕਰਾ ਕੇ ਮੇਰੀ ਭੈਣ ਨੂੰ ਕਮਰੇ ਵਿੱਚ ਜਾਣ ਦਾ ਇਸ਼ਾਰਾ ਕੀਤਾ ਤੇ ਮੇਰੀ ਭੈਣ ਸੇਠਾਣੀ ਦੇ ਨਾਲ ਹੀ ਕਮਰੇ ਵਿੱਚ ਚਲੀ ਗਈ ਤੇ ਉਸਨੇ ਕਮਰੇ ਦਾ ਦਰਵਾਜ਼ਾ ਬੰਦ ਕਰ ਦਿੱਤਾ। ਮੈਂ ਇੱਕ ਨਜ਼ਰ ਝਾੜੂ ਤੇ ਰੱਖੀ ਤੇ ਦੂਜੀ ਬੰਗਲੇ ਤੇ ਲੰਬੀ ਸਾਹ ਭਰਦੇ ਹੋਏ ਪੂਰੇ ਘਰ ਵਿੱਚ ਝਾੜੂ ਲਗਾਉਣ ਲੱਗੀ। ਮੈਨੂੰ ਕੰਮ ਕਰਨ ਦੀ ਆਦਤ ਵੀ ਨਹੀਂ ਸੀ, ਇਸ ਲਈ ਮੈਨੂੰ ਸਫਾਈ ਕਰਨ ਵਿੱਚ ਪੂਰਾ 1 ਘੰਟੇ ਤੋਂ ਉੱਪਰ ਲੱਗ ਗਿਆ ਸੀ ਤੇ ਮੈਂ ਇਹ ਕਰਕੇ ਪੂਰੀ ਤਰ੍ਹਾਂ ਨਾਲ ਥੱਕ ਗਈ ਸੀ। ਫਿਰ ਮੈਂ ਰਸੋਈ ਵਿੱਚ ਆਈ ਤਾਂ ਰਸੋਈ ਪੂਰੀ ਗੰਦੀ ਪਈ ਸੀ। ਮੈਂ ਪਹਿਲਾਂ ਤੋਂ ਬਹੁਤ ਜ਼ਿਆਦਾ ਥੱਕ ਗਈ ਸੀ, ਇਸ ਲਈ ਹੁਣ ਹੋਰ ਕੰਮ ਕਰਨ ਦੀ ਹਿੰਮਤ ਨਹੀਂ ਹੋ ਰਹੀ ਸੀ। ਪਰ ਫਿਰ ਵੀ ਮੈਂ ਹਿੰਮਤ ਕੀਤੀ ਤੇ ਕੰਮ ਵਿੱਚ ਲੱਗ ਗਈ। ਜਲਦੀ ਨਾਲ ਭਾਂਡੇ ਤੇ ਰਸੋਈ ਸਾਫ਼ ਕਰ ਦਿੱਤੀ। ਉਸ ਘਰ ਦਾ ਪੂਰਾ ਕੰਮ ਮੈਂ ਕੀਤਾ ਸੀ। ਫਿਰ ਮੇਰੇ ਦਿਮਾਗ ਵਿੱਚ ਇਹ ਖਿਆਲ ਆਉਣ ਲੱਗਿਆ ਕਿ ਜੇ ਸਾਰੇ ਕੰਮ ਮੈਂ ਕਰ ਰਹੀ ਹਾਂ ਤਾਂ ਭੈਣ ਕੀ ਕਰ ਰਹੀ ਹੈ? ਉਹਨਾਂ ਨੇ ਦਰਵਾਜ਼ਾ ਅੰਦਰ ਤੋਂ ਬੰਦ ਕਿਉਂ ਕਰ ਲਿਆ ਤੇ ਇੰਨੀ ਦੇਰ ਤੋਂ ਉਹ ਕਿਹੜਾ ਕੰਮ ਕਰ ਰਹੀ ਹੈ ਕਿ ਦਰਵਾਜ਼ਾ ਹੁਣ ਤੱਕ ਨਹੀਂ ਖੁੱਲ੍ਹਿਆ? ਮੈਨੂੰ ਆਪਣਾ ਕੰਮ ਖਤਮ ਕੀਤੇ ਲਗਭਗ 2 ਘੰਟੇ ਤੋਂ ਉੱਪਰ ਹੋ ਚੁੱਕਿਆ ਸੀ। ਮੇਰਾ ਕੰਮ ਖਤਮ ਹੋ ਚੁੱਕਿਆ ਸੀ, ਇਸ ਲਈ ਮੈਂ ਭੈਣ ਦੇ ਕਮਰੇ ਦਾ ਦਰਵਾਜ਼ਾ ਖੜਕਾਇਆ। ਕੁਝ ਦੇਰ ਦੇ ਬਾਅਦ ਭੈਣ ਨੇ ਦਰਵਾਜ਼ਾ ਖੋਲ੍ਹਿਆ। ਉਹ ਬੁਰੀ ਤਰ੍ਹਾਂ ਨਾਲ ਪਸੀਨੇ ਨਾਲ ਭਿੱਜੀ ਹੋਈ ਸੀ। ਉਹ ਮੈਨੂੰ ਕਹਿਣ ਲੱਗੀ ਕਿ ਤੂੰ ਬਾਹਰ ਬੈਠ, ਮੈਂ ਹੁਣੇ ਆਉਂਦੀ ਹਾਂ। ਇਹ ਕਹਿ ਕੇ ਮੇਰੀ ਭੈਣ ਨੇ ਦਰਵਾਜ਼ਾ ਫੇਰ ਤੋਂ ਬੰਦ ਕਰ ਲਿਆ। ਲਗਭਗ 10 ਮਿੰਟ ਬਾਅਦ ਉਹ ਕਮਰੇ ਤੋਂ ਨਿਕਲੇ। ਉਸ ਦੀਆਂ ਅੱਖਾਂ ਲਾਲ ਹੋ ਗਈਆਂ ਸਨ ਤੇ ਸੁੱਜੀਆਂ ਹੋਈਆਂ ਸਨ। ਬਾਹਰ ਆਉਂਦੇ ਹੀ ਉਹਨਾਂ ਨੇ ਤੁਰੰਤ ਕਮਰੇ ਦਾ ਦਰਵਾਜ਼ਾ ਬੰਦ ਕਰ ਦਿੱਤਾ। ਫਿਰ ਮੈਨੂੰ ਆਪਣੇ ਨਾਲ ਲੈ ਕੇ ਬੰਗਲੇ ਤੋਂ ਬਾਹਰ ਆ ਗਈ। ਮੈਂ ਇਹ ਸੋਚ ਰਹੀ ਸੀ ਕਿ ਭੈਣ ਨੇ ਤਾਂ ਕੋਈ ਕੰਮ ਨਹੀਂ ਕੀਤਾ, ਕਿਉਂਕਿ ਘਰ ਦਾ ਸਾਰਾ ਕੰਮ ਤਾਂ ਮੈਂ ਹੀ ਕੀਤਾ ਸੀ। ਪਰ ਫਿਰ ਵੀ ਭੈਣ ਨੂੰ ਦੇਖ ਕੇ ਲੱਗ ਰਿਹਾ ਸੀ ਕਿ ਉਹ ਬਹੁਤ ਥੱਕ ਚੁੱਕੀ ਹੈ। ਪਤਾ ਨਹੀਂ ਉਹਨਾਂ ਨੇ ਕਿਹੜੇ ਪਹਾੜ ਤੋੜੇ ਹੋਏ। ਕਮਰੇ ਵਿੱਚ ਬੰਦ ਹੋ ਕੇ ਮੇਰੀ ਭੈਣ ਘਰ ਜਾ ਕੇ ਸਭ ਤੋਂ ਪਹਿਲਾਂ ਆਪਣੇ ਕਮਰੇ ਵਿੱਚ ਚਲੀ ਗਈ, ਦਰਵਾਜ਼ਾ ਵੀ ਬੰਦ ਕਰ ਲਿਆ। ਮੈਨੂੰ ਜ਼ੋਰ ਨਾਲ ਭੁੱਖ ਲੱਗ ਰਹੀ ਸੀ, ਕਿਉਂਕਿ ਇੰਨਾ ਸਾਰਾ ਕੰਮ ਕਰਕੇ ਮੈਂ ਬਹੁਤ ਥੱਕ ਗਈ ਸੀ ਤੇ ਪੇਟ ਵੀ ਖਾਲੀ ਹੋ ਗਿਆ ਸੀ। ਘਰ ਵਿੱਚ ਖਾਣ ਨੂੰ ਕੁਝ ਵੀ ਨਹੀਂ ਸੀ। ਲਗਭਗ 20 ਮਿੰਟਾਂ ਬਾਅਦ ਮੇਰੀ ਭੈਣ ਕਮਰੇ ਤੋਂ ਬਾਹਰ ਆਈ। ਮੈਂ ਉਸ ਨੂੰ ਕਿਹਾ ਕਿ ਮੈਨੂੰ ਬਹੁਤ ਤੇਜ਼ ਭੁੱਖ ਲੱਗੀ ਹੈ। ਉਹ ਕਹਿਣ ਲੱਗੀ, ਤੂੰ ਜਾ ਕੇ ਚਾਚੀ ਤੋਂ ਸਬਜ਼ੀ ਲੈ ਆ, ਮੈਂ ਤੇਰੇ ਲਈ ਰੋਟੀ ਬਣਾ ਦਿੰਦੀ ਹਾਂ। ਮੈਂ ਚਾਚੀ ਤੋਂ ਸਬਜ਼ੀ ਲੈ ਆਈ। ਉਦੋਂ ਤੱਕ ਭੈਣ ਮੇਰੇ ਲਈ ਰੋਟੀ ਬਣਾ ਚੁੱਕੀ ਸੀ। ਖਾਣਾ ਖਾ ਕੇ ਮੈਂ ਆਰਾਮ ਕਰਨ ਲੱਗੀ। ਅਗਲੇ ਦਿਨ ਭੈਣ ਨੇ ਮੇਰੇ ਲਈ ਪਨੀਰ ਦੀ ਸਬਜ਼ੀ ਬਣਾਈ, ਜੋ ਮੈਨੂੰ ਬਹੁਤ ਪਸੰਦ ਸੀ। ਮੈਂ ਖੂਬ ਮਨ ਨਾਲ ਉਸ ਨੂੰ ਖਾਇਆ ਤੇ ਪਨੀਰ ਦੀ ਸਬਜ਼ੀ ਬਚ ਗਈ ਸੀ। ਤਾਂ ਭੈਣ ਨੇ ਕਿਹਾ, ਚੰਗਾ ਹੈ,
ਕੰਮ ਤੋਂ ਵਾਪਸ ਆ ਕੇ ਬਣਾਉਣਾ ਨਹੀਂ ਪਵੇਗਾ। ਉਹਨਾਂ ਨੇ ਰੋਟੀ ਵੀ ਬਣਾ ਕੇ ਰੱਖ ਦਿੱਤੀ ਸੀ। ਜਦੋਂ ਕੰਮ ਤੇ ਜਾਣ ਦਾ ਸਮਾਂ ਹੋਇਆ ਤਾਂ ਮੈਂ ਕਿਹਾ, ਮੈਂ ਉੱਥੇ ਨਹੀਂ ਜਾਊਂਗੀ, ਉਹ ਘਰ ਇੰਨਾ ਵੱਡਾ ਹੈ, ਮੈਂ ਪੂਰਾ ਕੰਮ ਕਰਕੇ ਥੱਕ ਜਾਂਦੀ ਹਾਂ। ਮੇਰੀ ਭੈਣ ਨੇ ਕਿਹਾ ਕਿ ਹੁਣ ਤੂੰ ਵੱਡੀ ਹੋ ਗਈ ਹੈ, ਹੁਣ ਤੈਨੂੰ ਵੀ ਇਹ ਸਭ ਆਉਣਾ ਚਾਹੀਦਾ ਹੈ, ਇਸ ਸਭ ਦੀ ਆਦਤ ਪਾਉਣੀ ਪਵੇਗੀ ਤਾਂ ਤੇਰੇ ਲਈ ਹੀ ਚੰਗਾ ਹੋਵੇਗਾ। ਅੱਗੇ ਇਹ ਸਭ ਕਰਨਾ ਹੋਵੇਗਾ ਨਾ, ਇਸ ਲਈ ਹੁਣ ਤੋਂ ਆਦਤ ਪਾ ਲੈ। ਭੈਣ ਦੀ ਗੱਲ ਸੁਣ ਕੇ ਮੈਂ ਚੁੱਪ ਹੋ ਗਈ, ਪਰ ਹੁਣ ਇਹ ਰੋਜ਼ ਦੀ ਗੱਲ ਸੀ। ਭੈਣ ਆਪਣੀ ਸੇਠਾਣੀ ਦੇ ਨਾਲ ਕਮਰੇ ਦੇ ਅੰਦਰ ਚਲੀ ਜਾਂਦੀ ਤੇ ਮੈਂ ਸਾਰਾ ਕੰਮ ਕਰਦੀ ਰਹਿੰਦੀ। ਮੈਨੂੰ ਆਪਣੀ ਭੈਣ ਤੇ ਗੁੱਸਾ ਆਉਣ ਲੱਗਿਆ ਸੀ ਕਿ ਖੁਦ ਕੁਝ ਨਹੀਂ ਕਰਦੀ ਤੇ ਮੇਰੇ ਤੋਂ ਸਾਰਾ ਕੰਮ ਕਰਵਾਉਂਦੀ ਹੈ। ਪਰ ਮੈਂ ਹੈਰਾਨ ਉਦੋਂ ਹੁੰਦੀ ਜਦੋਂ ਭੈਣ ਕਮਰੇ ਤੋਂ ਬਾਹਰ ਆਉਂਦੀ ਤਾਂ ਪਸੀਨੇ ਨਾਲ ਭਿੱਜੀ ਹੋਈ ਹੁੰਦੀ। ਉਸ ਦੀਆਂ ਅੱਖਾਂ ਲਾਲ ਤੇ ਸੁੱਜੀਆਂ ਹੋਈਆਂ ਹੁੰਦੀਆਂ, ਉਹਨਾਂ ਦੇ ਚਿਹਰੇ ਤੇ ਥਕਾਵਟ ਸਾਫ਼ ਪਤਾ ਚੱਲਦੀ। ਇੱਕ ਵਾਰ ਜਦੋਂ ਮੈਂ ਭੈਣ ਨੂੰ ਕਹਿ ਦਿੱਤਾ ਕਿ ਤੂੰ ਤਾਂ ਕੋਈ ਕੰਮ ਵੀ ਨਹੀਂ ਕਰਦੀ, ਪਰ ਦੇਖਣ ਵਿੱਚ ਇਦਾਂ ਲੱਗਦਾ ਹੈ ਜਿਵੇਂ ਪੂਰੇ ਘਰ ਦਾ ਕੰਮ ਤੂੰ ਹੀ ਕਰਦੀ ਹੈ, ਤਾਂ ਉਹਨਾਂ ਨੇ ਕਿਹਾ, ਕੰਮ ਹੀ ਤਾਂ ਕਰਦੀ ਹਾਂ, ਮੈਂ ਕਿਹੜਾ ਆਰਾਮ ਕਰਦੀ ਹਾਂ। ਫਿਰ ਲੰਬੀ ਸਾਹ ਭਰ ਕੇ ਬੋਲੀ, ਗਰੀਬੀ ਇੱਕ ਬਹੁਤ ਹੀ ਵੱਡੀ ਮੁਸੀਬਤ ਹੈ, ਜਿਸ ਘਰ ਨੂੰ ਲੱਗ ਜਾਵੇ ਉਸ ਨੂੰ ਬਰਬਾਦ ਕਰ ਦਿੰਦੀ ਹੈ। ਮੇਰੀ ਭੈਣ ਬਹੁਤ ਖੂਬਸੂਰਤ ਸੀ, ਅਸੀਂ ਲੋਕ ਗਰੀਬ ਸੀ, ਪਰ ਮੇਰੀ ਭੈਣ ਮੈਨੂੰ ਹਰ ਉਹ ਚੀਜ਼ ਖਵਾਉਂਦੀ ਜਿਸ ਦੀ ਮੈਂ ਇੱਛਾ ਕਰਦੀ ਸੀ। ਲੋਕ ਇਸ ਮਹਿੰਗਾਈ ਦੇ ਦੌਰਾਨ ਸੁੱਕੀ ਸਬਜ਼ੀ ਰੋਟੀ ਖਾਂਦੇ ਸਨ, ਪਰ ਅਸੀਂ ਕਦੇ ਪਨੀਰ, ਕਦੇ ਮਸ਼ਰੂਮ ਤਾਂ ਕਦੇ ਮਲਾਈ ਕੋਫਤਾ ਖਾਂਦੇ ਸੀ। ਇਹ ਸਾਰੇ ਮੇਰੇ ਮਨਪਸੰਦ ਸੀ। ਜਦੋਂ ਮੈਂ ਭੈਣ ਨੂੰ ਪੁੱਛਦੀ ਕਿ ਕਿਉਂ ਇੰਨਾ ਮਹਿੰਗਾ ਪਨੀਰ ਤੇ ਮਸ਼ਰੂਮ ਖਰੀਦਦੀ ਹੈ, ਉਹ ਕਹਿਣ ਲੱਗਦੀ, ਤੂੰ ਵੀ ਮੇਰੇ ਨਾਲ ਇੰਨੀ ਮਿਹਨਤ ਕਰਕੇ ਕਮਾਉਣ ਲੱਗੀ ਹੈ, ਤਾਂ ਅਸੀਂ ਚੰਗਾ ਖਾਣਾ ਪੀਣਾ ਤਾਂ ਖਾ ਹੀ ਸਕਦੇ ਹਾਂ, ਤੇ ਵੈਸੇ ਵੀ ਇਹ ਸਭ ਤੇਰੀ ਪਸੰਦ ਦਾ ਹੈ। ਤੇਰੇ ਲਈ ਚੰਗੀਆਂ ਚੰਗੀਆਂ ਚੀਜ਼ਾਂ, ਮਹਿੰਗੇ ਮਹਿੰਗੇ ਸਮਾਨ ਤਾਂ ਨਹੀਂ ਲੈ ਸਕਦੀ, ਪਰ ਖਾਣਾ ਤਾਂ ਪਸੰਦ ਦਾ ਖਵਾ ਹੀ ਸਕਦੀ ਹਾਂ। ਮੈਂ ਦੇਖਿਆ ਕਿ ਭੈਣ ਖੁਦ ਚੰਗਾ ਖਾਣਾ ਨਹੀਂ ਖਾਂਦੀ ਸੀ, ਪਰ ਮੈਨੂੰ ਪੇਟ ਭਰ ਕੇ ਮੇਰੀ ਪਸੰਦ ਦੀਆਂ ਚੀਜ਼ਾਂ ਖਵਾਉਂਦੀ ਸੀ ਤੇ ਖੁਦ ਬਚਿਆ ਹੋਇਆ ਖਾਣਾ ਖਾਂਦੀ ਸੀ। ਕਦੇ ਕਦੇ ਮੈਂ ਸੋਚਦੀ ਸੀ, ਕਿੱਦਾਂ ਦੀ ਮਹਿੰਗਾਈ ਹੈ ਜੋ ਮੇਰੀ ਭੈਣ ਦੇ ਲਈ ਹੈ ਪਰ ਮੇਰੇ ਲਈ ਨਹੀਂ। ਮੇਰੀ ਭੈਣ ਦੀ ਖੂਬਸੂਰਤੀ ਹੁਣ ਫਿੱਕੀ ਪੈਣ ਲੱਗੀ ਸੀ। ਫਿਰ ਇੱਕ ਦਿਨ ਮੈਂ ਕੁਝ ਇੱਦਾਂ ਦਾ ਦੇਖਿਆ ਜਿਸ ਨੂੰ ਦੇਖ ਕੇ ਮੇਰੇ ਪੈਰਾਂ ਥੱਲੋਂ ਜ਼ਮੀਨ ਖਿਸਕ ਗਈ। ਮੇਰੀ ਭੈਣ ਅਕਸਰ ਆਪਣੀ ਅਲਮਾਰੀ ਨੂੰ ਜਿੰਦਾ ਲਾ ਕੇ ਰੱਖਦੀ ਸੀ। ਮੈਨੂੰ ਵੀ ਮਨਾ ਕਰਦੀ ਸੀ ਉਸ ਨੂੰ ਖੋਲ੍ਹਣ ਦੇ ਲਈ। ਉਹ ਹਮੇਸ਼ਾ ਬੋਲਦੀ ਸੀ ਕਿ ਮੇਰੀ ਅਲਮਾਰੀ ਨੂੰ ਹੱਥ ਨਹੀਂ ਲਾਉਣਾ, ਪਰ ਉਹ ਅੱਜ ਬਹੁਤ ਜਲਦੀ ਵਿੱਚ ਸੀ। ਮੈਂ ਵੱਡੀ ਹੋ ਰਹੀ ਸੀ, ਇਸ ਲਈ ਭੈਣ ਮੈਨੂੰ ਕਹਿਣ ਲੱਗੀ ਕਿ ਤੂੰ ਹੁਣ ਵੱਡਾ ਜਿਹਾ ਦੁਪੱਟਾ ਚੰਗੀ ਤਰ੍ਹਾਂ ਫੈਲਾ ਕੇ ਜਾਇਆ ਕਰ। ਮੈਂ ਭੈਣ ਦੀ ਅਲਮਾਰੀ ਵਿੱਚੋਂ ਆਪਣੇ ਲਈ ਦੁਪੱਟਾ ਕੱਢਣ ਲੱਗੀ ਤੇ ਉੱਥੇ ਅਲਮਾਰੀ ਦੇ ਅੰਦਰ ਮੈਂ ਇੱਕ ਇੱਦਾਂ ਦੀ ਚੀਜ਼ ਦੇਖੀ ਜਿਸ ਨੂੰ ਦੇਖ ਕੇ ਮੇਰਾ ਦਿਲ ਧੜਕਣਾ ਭੁੱਲ ਗਿਆ। ਹੁਣ ਤਾਂ ਮੈਨੂੰ ਭੈਣ ਤੇ ਸ਼ੱਕ ਹੋ ਰਿਹਾ ਸੀ ਤੇ ਉਸ ਸਮੇਂ ਮੇਰੀ ਭੈਣ ਨੇ ਮੈਨੂੰ ਬਾਹਰ ਤੋਂ ਆਵਾਜ਼ ਲਗਾਈ। ਮੈਂ ਦੁਪੱਟਾ ਲਿਆ ਤੇ ਆਪਣੇ ਕਮਰੇ ਤੋਂ ਬਾਹਰ ਆ ਗਈ। ਭੈਣ ਅੱਜ ਫਿਰ ਤੋਂ ਉਸ ਸੇਠਾਣੀ ਦੇ ਕਮਰੇ ਵਿੱਚ ਸੀ, ਪਰ ਮੇਰਾ ਅੱਜ ਕੰਮ ਕਰਨ ਦਾ ਬਿਲਕੁਲ ਵੀ ਮਨ ਨਹੀਂ ਕਰ ਰਿਹਾ ਸੀ। ਮੈਂ ਬਸ ਇਹ ਸੋਚ ਰਹੀ ਸੀ ਕਿ ਆਖਰ ਇਹ ਸੇਠਾਣੀ ਮੇਰੀ ਭੈਣ ਨੂੰ ਰੋਜ਼ ਆਪਣੇ ਕਮਰੇ ਵਿੱਚ ਕਿਉਂ ਲੈ ਕੇ ਜਾਂਦੀ ਹੈ ਤੇ 2-3 ਘੰਟੇ ਮੇਰੀ ਭੈਣ ਤੋਂ ਕੀ ਕੰਮ ਕਰਵਾਉਂਦੀ ਹੈ। ਮੇਰੇ ਮਨ ਵਿੱਚ ਬਹੁਤ ਗਲਤ ਖਿਆਲ ਆ ਰਹੇ ਸੀ ਭੈਣ ਨੂੰ ਲੈ ਕੇ ਕਿ ਕਿਤੇ ਭੈਣ ਕੁਝ ਗਲਤ ਕੰਮ ਤਾਂ ਨਹੀਂ ਕਰਦੀ। ਕਮਰੇ ਦੇ ਅੰਦਰ ਮੈਂ ਅੱਜ ਚੰਗੀ ਤਰ੍ਹਾਂ ਸਫਾਈ ਨਹੀਂ ਕੀਤੀ ਸੀ, ਬਸ ਥੋੜਾ ਕੰਮ ਕਰ ਦਿੱਤਾ ਸੀ। ਉਸ ਦੇ ਬਾਅਦ ਮੈਂ ਸੇਠਾਣੀ ਦੇ ਦਰਵਾਜ਼ੇ ਕੋਲ ਜਾ ਕੇ ਖੜੀ ਹੋ ਗਈ ਤੇ ਮੈਂ ਇੱਧਰ ਉੱਧਰ ਦੇਖਿਆ ਕਿ ਸ਼ਾਇਦ ਮੈਨੂੰ ਕੋਈ ਖਿੜਕੀ ਨਜ਼ਰ ਆ ਜਾਵੇ ਜਿਸ ਨਾਲ ਮੈਂ ਅੰਦਰ ਝਾਕ ਕੇ ਦੇਖ ਸਕਾਂ ਕਿ ਭੈਣ ਇਦਾਂ ਦਾ ਕੀ ਕੰਮ ਕਰਦੀ ਹੈ ਜਿਸ ਨਾਲ ਉਹ ਇੰਨੀ ਥੱਕੀ ਹੋਈ ਰਹਿੰਦੀ ਹੈ। ਪਰ ਉੱਥੇ ਕੋਈ ਵੀ ਖਿੜਕੀ ਨਹੀਂ ਸੀ। ਫਿਰ ਮੇਰੀ ਨਜ਼ਰ ਉਸ ਦਰਵਾਜ਼ੇ ਦੇ ਸ਼ੀਸ਼ੇ ਤੇ ਪਈ ਤੇ ਉਸ ਦੇ ਅੰਦਰ ਤੋਂ ਦੇਖਣ ਦੀ ਕੋਸ਼ਿਸ਼ ਕੀਤੀ, ਪਰ ਲਾਈਟ ਬੰਦ ਸੀ। ਬਸ ਇੱਕ ਬਹੁਤ ਛੋਟਾ ਜਿਹਾ ਬਲਬ ਜਲ ਰਿਹਾ ਸੀ ਜਿਸ ਤੋਂ ਕੁਝ ਵੀ ਖਾਸ ਨਜ਼ਰ ਨਹੀਂ ਆ ਰਿਹਾ ਸੀ। ਕਮਰੇ ਵਿੱਚ ਹਰ ਪਾਸੇ ਹਨੇਰਾ ਸੀ। ਮੈਨੂੰ ਬਿਲਕੁਲ ਸਮਝ ਨਹੀਂ ਆ ਰਿਹਾ ਸੀ ਕਿ ਮੈਂ ਕਿਵੇਂ ਪਤਾ ਲਗਾਵਾਂ। ਮੈਂ ਕਈ ਵਾਰ ਭੈਣ ਨੂੰ ਪੁੱਛਿਆ ਕਿ ਉਹ ਸੇਠਾਣੀ ਆਪਣੇ ਕਮਰੇ ਵਿੱਚ ਲੈ ਜਾ ਕੇ ਕੀ ਕੰਮ ਕਰਵਾਉਂਦੀ ਹੈ, ਪਰ ਮੇਰੀ ਭੈਣ ਹਰ ਵਾਰ ਗੱਲ ਨੂੰ ਟਾਲ ਦਿੰਦੀ ਸੀ। ਪਰ ਮੈਂ ਮਨ ਵਿੱਚ ਸੋਚ ਰੱਖਿਆ ਸੀ ਕਿ ਕਿਸੇ ਵੀ ਕੀਮਤ ਤੇ ਮੈਂ ਇਹ ਗੱਲ ਜਾਣ ਕੇ ਹੀ ਰਹਾਂਗੀ। ਮੈਂ ਹੁਣ ਵੀ ਉਸ ਸ਼ੀਸ਼ੇ ਤੋਂ ਦੇਖ ਰਹੀ ਸੀ। ਮੈਨੂੰ ਲੱਗਿਆ ਜਿਵੇਂ ਮੇਰੇ ਪਿੱਛੇ ਕੋਈ ਚੱਲ ਕੇ ਆਇਆ ਹੈ, ਪਰ ਮੈਂ ਇਸ ਗੱਲ ਤੇ ਪੂਰੀ ਤਰ੍ਹਾਂ ਗੌਰ ਨਹੀਂ ਕੀਤੀ ਤੇ ਕਮਰੇ ਦੇ ਅੰਦਰ ਦੇਖਣ ਦੀ ਕੋਸ਼ਿਸ਼ ਕਰਦੀ ਰਹੀ। ਹੁਣ ਮੈਨੂੰ ਇਦਾਂ ਲੱਗਿਆ ਕਿ ਕੋਈ ਮੇਰੇ ਪਿੱਛੇ ਹੀ ਆ ਕੇ ਖੜਾ ਹੋ ਗਿਆ ਹੈ, ਪਰ ਮੇਰਾ ਦਿਮਾਗ ਤਾਂ
ਕਿਤੇ ਹੋਰ ਹੀ ਲੱਗਿਆ ਸੀ। ਮੈਂ ਇਹ ਜਾਣਨ ਦੀ ਵੀ ਕੋਸ਼ਿਸ਼ ਨਹੀਂ ਕੀਤੀ ਕਿ ਸੇਠਾਣੀ ਦੇ ਘਰ ਵਿੱਚ ਤਾਂ ਕੋਈ ਵੀ ਨਹੀਂ ਹੈ, ਫਿਰ ਕੌਣ ਹੋ ਸਕਦਾ ਹੈ। ਤੇ ਉਸੇ ਸਮੇਂ ਕਿਸੇ ਨੇ ਮੇਰੇ ਮੋਢੇ ਤੇ ਹੱਥ ਰੱਖਿਆ। ਮੈਂ ਤਾਂ ਪੂਰੀ ਤਰ੍ਹਾਂ ਨਾਲ ਘਬਰਾ ਗਈ ਤੇ ਇੱਕਦਮ ਪਿੱਛੇ ਹਟੀ। ਮੇਰਾ ਦਿਲ ਜ਼ੋਰ-ਜ਼ੋਰ ਨਾਲ ਧੜਕ ਰਿਹਾ ਸੀ। ਜਦੋਂ ਮੈਂ ਪਿੱਛੇ ਮੁੜ ਕੇ ਦੇਖਿਆ ਤਾਂ ਸਾਹਮਣੇ ਇੱਕ ਮੁੰਡਾ ਖੜਾ ਸੀ, ਮੈਨੂੰ ਘੂਰ ਰਿਹਾ ਸੀ। ਮੈਂ ਬੁਰੀ ਤਰ੍ਹਾਂ ਨਾਲ ਡਰ ਗਈ ਸੀ। ਪਰ ਹੈਰਾਨੀ ਦੀ ਗੱਲ ਇਹ ਸੀ ਕਿ ਮੈਂ ਇੰਨੇ ਦਿਨਾਂ ਤੋਂ ਸੇਠਾਣੀ ਦੇ ਘਰ ਕੰਮ ਕਰ ਰਹੀ ਸੀ, ਪਰ ਮੈਂ ਕਦੇ ਵੀ ਉਸ ਨੂੰ ਨਹੀਂ ਦੇਖਿਆ ਸੀ। ਉਹ ਮੈਨੂੰ ਤਿਰਛੀ ਨਜ਼ਰ ਨਾਲ ਘੂਰ ਕੇ ਬੋਲਿਆ, ਇਹ ਕੁੜੀਏ, ਮੇਰੀ ਮਾਂ ਦੇ ਕਮਰੇ ਵਿੱਚ ਇਸ ਤਰ੍ਹਾਂ ਕਿਉਂ ਝਾਕ ਰਹੀ ਹੈ। ਮੈਨੂੰ ਇਸ ਤਰ੍ਹਾਂ ਲੱਗਿਆ ਕਿ ਜਿਵੇਂ ਮੇਰੀ ਆਵਾਜ਼ ਗਲ ਵਿੱਚ ਹੀ ਕਿਤੇ ਫਸ ਗਈ ਹੋਵੇ। ਉਸਨੇ ਮੈਨੂੰ ਪੁੱਛਿਆ, ਕੌਣ ਹੈ ਤੂੰ ਤੇ ਇਸ ਤਰ੍ਹਾਂ ਨਾਲ ਕੀ ਕਰ ਰਹੀ ਸੀ। ਮੈਂ ਕਿਹਾ, ਮੈਂ ਇੱਥੇ ਕੰਮ ਕਰਦੀ ਹਾਂ। ਫਿਰ ਉਸਨੇ ਉੱਪਰ ਤੋਂ ਲੈ ਕੇ ਥੱਲੇ ਤੱਕ ਮੈਨੂੰ ਘੂਰ ਕੇ ਦੇਖਿਆ ਤਾਂ ਮੈਂ ਕਿਹਾ, ਮੇਰੀ ਭੈਣ ਅੰਦਰ ਹੈ, ਬਸ ਉਹਨਾਂ ਨੂੰ ਦੇਖ ਰਹੀ ਸੀ। ਮੇਰੀ ਗੱਲ ਸੁਣ ਕੇ ਉਸਨੇ ਆਪਣਾ ਬੈਗ ਇੱਕ ਪਾਸੇ ਰੱਖਿਆ ਤੇ ਸਾਹਮਣੇ ਪਏ ਸੋਫੇ ਤੇ ਜਾ ਕੇ ਬੈਠ ਗਿਆ ਤੇ ਆਪਣੇ ਪੈਰ ਸਾਹਮਣੇ ਪਈ ਟੇਬਲ ਤੇ ਰੱਖ ਲਏ। ਫਿਰ ਮੈਨੂੰ ਇਸ਼ਾਰੇ ਨਾਲ ਆਪਣੇ ਕੋਲ ਬੁਲਾਉਣ ਲੱਗਾ। ਜਦੋਂ ਮੈਂ ਉਸ ਕੋਲ ਗਈ ਤਾਂ ਕਹਿਣ ਲੱਗਾ ਕਿ ਮੇਰੇ ਜੁੱਤੇ ਉਤਾਰ। ਮੈਂ ਇਹ ਸਭ ਸੁਣ ਕੇ ਬਹੁਤ ਹੈਰਾਨ ਹੋਈ, ਕਿਉਂਕਿ ਮੈਂ ਇਸ ਘਰ ਵਿੱਚ ਕੰਮ ਜ਼ਰੂਰ ਕਰਦੀ ਸੀ, ਪਰ ਇਹ ਮੇਰੇ ਹਿੱਸੇ ਦਾ ਕੰਮ ਨਹੀਂ ਸੀ। ਇਸ ਲਈ ਮੈਂ ਸਾਫ਼-ਸਾਫ਼ ਮਨਾ ਕਰ ਦਿੱਤਾ ਤੇ ਕਿਹਾ, ਇਹ ਸਭ ਕੰਮ ਮੈਂ ਨਹੀਂ ਕਰਦੀ। ਮੇਰੀ ਗੱਲ ਸੁਣ ਕੇ ਉਹ ਬੋਲਿਆ, ਚੰਗਾ, ਮੇਰੀ ਮਾਂ ਦੇ ਕਮਰੇ ਵਿੱਚ ਝਾਕ ਕੇ ਦੇਖ ਰਹੀ ਸੀ, ਕੀ ਉਹ ਤੇਰੇ ਹਿੱਸੇ ਦਾ ਕੰਮ ਸੀ ਜਾਂ ਫਿਰ ਕੁਝ ਚੋਰੀ ਕਰਨ ਦਾ ਇਰਾਦਾ ਸੀ। ਜੇ ਮੈਂ ਨਾ ਪਹੁੰਚਦਾ ਤਾਂ ਪਤਾ ਨਹੀਂ ਕੀ ਕਰਦੀ ਤੂੰ। ਜੇ ਮੈਂ ਤੇਰੀ ਇਹ ਹਰਕਤ ਮਾਂ ਨੂੰ ਦੱਸ ਦਿੱਤੀ ਤੇ ਉਹ ਤੈਨੂੰ ਹੁਣੇ ਦੇ ਹੁਣੇ ਨੌਕਰੀ ਤੋਂ ਕੱਢ ਦੇਵੇਗੀ। ਉਸ ਦੀ ਗੱਲ ਸੁਣ ਕੇ ਤਾਂ ਜਿਵੇਂ ਮੇਰੇ ਉੱਪਰ ਆਸਮਾਨ ਟੁੱਟ ਪਿਆ। ਮੈਂ ਬਹੁਤ ਡਰ ਗਈ। ਮੈਂ ਕਿਹਾ, ਕਿਰਪਾ ਕਰਕੇ ਤੁਸੀਂ ਇੱਦਾਂ ਦਾ ਕੁਝ ਨਾ ਕਰਨਾ। ਮੈਨੂੰ ਨੌਕਰੀ ਦੀ ਬਹੁਤ ਜ਼ਰੂਰਤ ਹੈ। ਨੌਕਰੀ ਤੋਂ ਬਿਨਾਂ ਅਸੀਂ ਖਾਣ ਨੂੰ ਵੀ ਤਰਸ ਜਾਵਾਂਗੇ। ਮੇਰੀ ਗੱਲ ਸੁਣ ਕੇ ਉਹ ਮੈਨੂੰ ਕੁਝ ਨਹੀਂ ਬੋਲਿਆ, ਬਸ ਆਪਣੇ ਪੈਰਾਂ ਦੇ ਜੁੱਤਿਆਂ ਵੱਲ ਇਸ਼ਾਰਾ ਕਰਨ ਲੱਗਾ। ਮੈਂ ਬੇਬਸੀ ਨਾਲ ਉਸ ਦੇ ਕੋਲ ਗਈ। ਉਹ ਮੁੰਡਾ ਦਿਖਣ ਵਿੱਚ ਬਿਲਕੁਲ ਸੇਠਾਣੀ ਵਰਗਾ ਲੱਗਦਾ ਸੀ। ਮੈਂ ਉਸ ਦੇ ਜੁੱਤੇ ਉਤਾਰ ਦਿੱਤੇ ਤੇ ਇੱਕ ਪਾਸੇ ਰੱਖ ਦਿੱਤੇ। ਉਸ ਦੇ ਬਾਅਦ ਉਹ ਮੈਨੂੰ ਕਹਿਣ ਲੱਗਾ, ਜਾ ਤੇ ਮੇਰੇ ਲਈ ਪਾਣੀ ਲੈ ਕੇ ਆ। ਮੈਂ ਪਾਣੀ ਲੈਣ ਗਈ ਸੀ ਕਿ ਸੇਠਾਣੀ ਆ ਗਈ ਤੇ ਉਹਨਾਂ ਨੇ ਆਪਣੇ ਮੁੰਡੇ ਨੂੰ ਦੇਖਿਆ। ਸੇਠਾਣੀ ਆਪਣੇ ਮੁੰਡੇ ਨੂੰ ਮਿਲ ਕੇ ਬਹੁਤ ਖੁਸ਼ ਸੀ। ਉਸ ਦਾ ਮੁੰਡਾ ਹੋਸਟਲ ਵਿੱਚ ਰਹਿ ਕੇ ਪੜ੍ਹਾਈ ਕਰਦਾ ਸੀ ਤੇ ਇੱਥੇ ਕੁਝ ਦਿਨ ਛੁੱਟੀ ਮਨਾਉਣ ਲਈ ਆਇਆ ਸੀ। ਮੇਰੀ ਭੈਣ ਹੁਣ ਵੀ ਥੱਕੀ ਤੇ ਪਸੀਨੇ ਨਾਲ ਭਿੱਜੀ ਹੋਈ ਸੀ। ਉਹ ਮੁੰਡਾ ਸ਼ਾਇਦ ਮੇਰੀ ਭੈਣ ਨੂੰ ਜਾਣਦਾ ਸੀ, ਇਸ ਲਈ ਉਸ ਨੂੰ ਦੇਖ ਕੇ ਨਮਸਤੇ ਬੁਲਾਉਣ ਲੱਗਿਆ। ਮੇਰੀ ਭੈਣ ਨੇ ਵੀ ਨਮਸਤੇ ਦਾ ਜਵਾਬ ਦਿੱਤਾ ਤੇ ਫਿਰ ਭੈਣ ਤੇ ਮੈਂ ਵਾਪਸ ਆ ਗਏ। ਅਗਲੇ ਦਿਨ ਜਦੋਂ ਮੈਂ ਭੈਣ ਦੇ ਨਾਲ ਕੰਮ ਤੇ ਗਈ ਤਾਂ ਉਹ ਮੁੰਡਾ ਨਾਸ਼ਤਾ ਕਰ ਰਿਹਾ ਸੀ। ਮੇਰੀ ਭੈਣ ਉੱਥੇ ਪਹੁੰਚਦੇ ਹੀ ਹਮੇਸ਼ਾ ਦੀ ਤਰ੍ਹਾਂ ਕਮਰੇ ਦੇ ਅੰਦਰ ਚਲੀ ਗਈ ਤੇ ਮੈਂ ਘਰ ਦੀ ਸਫਾਈ ਵਿੱਚ ਲੱਗ ਗਈ। ਉਸ ਸਮੇਂ ਮੈਂ ਨੋਟਿਸ ਕੀਤਾ ਕਿ ਉਹ ਮੁੰਡਾ ਇੱਕਦਮ ਮੈਨੂੰ ਹੀ ਦੇਖੀ ਜਾ ਰਿਹਾ ਸੀ। ਮੈਂ ਤੇ ਮੇਰੀ ਭੈਣ ਅਸੀਂ ਦੋਵੇਂ ਹੀ ਆਪਣੀ ਮਾਂ ਤੇ ਗਈਆਂ ਸੀ। ਮੇਰੀ ਮਾਂ ਬਹੁਤ ਸੋਹਣੀ ਸੀ। ਮੈਂ ਵੀ ਖੂਬਸੂਰਤੀ ਆਪਣੀ ਮਾਂ ਵਰਗੀ ਪਾਈ ਸੀ। ਜਦੋਂ ਉਹ ਮੁੰਡਾ ਲਗਾਤਾਰ ਮੈਨੂੰ ਦੇਖੀ ਜਾ ਰਿਹਾ ਸੀ ਤਾਂ ਮੈਂ ਉੱਥੋਂ ਹਟ ਕੇ ਦੂਜੇ ਕਮਰੇ ਵਿੱਚ ਸਫਾਈ ਕਰਨ ਲੱਗੀ। ਫਿਰ ਮੇਰੇ ਨਾਲ ਉਸ ਨੇ ਕੁਝ ਇੱਦਾਂ ਕੀਤਾ ਜਿਸ ਨਾਲ ਮੇਰੇ ਪੈਰਾਂ ਥੱਲੋਂ ਜ਼ਮੀਨ ਖਿਸਕ ਗਈ। ਉਹ ਮੁੰਡਾ ਮੇਰੇ ਪਿੱਛੇ ਉਸ ਕਮਰੇ ਵਿੱਚ ਆ ਗਿਆ ਤੇ ਫਿਰ ਉਸਨੇ ਦਰਵਾਜ਼ਾ ਵੀ ਅੰਦਰ ਤੋਂ ਬੰਦ ਕਰ ਦਿੱਤਾ। ਮੈਂ ਬਹੁਤ ਡਰ ਗਈ ਸੀ। ਮੇਰਾ ਪੂਰਾ ਸਰੀਰ ਕੰਬ ਰਿਹਾ ਸੀ। ਉਹ ਮੁੰਡਾ ਮੈਨੂੰ ਬੜੀ ਅਜੀਬ ਨਜ਼ਰਾਂ ਨਾਲ ਦੇਖ ਰਿਹਾ ਸੀ ਤੇ ਹੌਲੀ-ਹੌਲੀ ਮੇਰੇ ਵੱਲ ਵੱਧ ਰਿਹਾ ਸੀ। ਮੇਰੀ ਤਾਂ ਜਾਨ ਹੀ ਨਿਕਲ ਗਈ ਸੀ। ਉਸ ਦੀ ਇਹ ਹਰਕਤ ਦੇਖ ਕੇ ਮੈਂ ਕਿਹਾ, ਮੈਨੂੰ ਬਾਹਰ ਜਾਣਾ ਹੈ, ਤੁਸੀਂ ਦਰਵਾਜ਼ਾ ਕਿਉਂ ਬੰਦ ਕੀਤਾ। ਉਹ ਮੇਰੀ ਗੱਲ ਨੂੰ ਜਿਵੇਂ ਸੁਣ ਹੀ ਨਹੀਂ ਰਿਹਾ ਸੀ ਤੇ ਮੇਰੇ ਪੂਰੇ ਸਰੀਰ ਨੂੰ ਬਹੁਤ ਗੰਦੀ ਨਜ਼ਰਾਂ ਨਾਲ ਦੇਖ ਰਿਹਾ ਸੀ। ਉਸ ਦੀਆਂ ਨਜ਼ਰਾਂ ਨਾਲ ਮੇਰੇ ਪੂਰੇ ਸਰੀਰ ਵਿੱਚ ਸਨਸਨੀ ਦੌੜ ਗਈ ਸੀ। ਜਦੋਂ ਉਹ ਮੇਰੇ ਬਿਲਕੁਲ ਨੇੜੇ ਆ ਗਿਆ ਤਾਂ ਫਿਰ ਮੇਰੇ ਤੋਂ ਰਿਹਾ ਨਹੀਂ ਗਿਆ। ਮੈਂ ਫਿਰ ਜ਼ੋਰ-ਜ਼ੋਰ ਨਾਲ ਚਿল্ਲਾਉਣ ਲੱਗੀ, ਦੀਦੀ ਮੈਨੂੰ ਬਚਾਓ। ਪਰ ਉਸਨੇ ਮੇਰੇ ਮੂੰਹ ਤੇ ਹੱਥ ਰੱਖ ਦਿੱਤਾ ਤੇ ਇਹ ਕਹਿਣ ਲੱਗਾ, ਜੇ ਰੋਲਾ ਪਾਇਆ ਤਾਂ ਤੇਰਾ ਗਲਾ ਦਬਾ ਦਊਂਗਾ। ਇਹ ਕਹਿ ਕੇ ਉਸਨੇ ਮੇਰੇ ਮੂੰਹ ਤੋਂ ਹੱਥ ਹਟਾਇਆ ਤੇ ਕਮਰੇ ਦਾ ਦਰਵਾਜ਼ਾ ਵੀ ਖੋਲ੍ਹ ਦਿੱਤਾ। ਮੈਂ ਭੱਜ ਕੇ ਕਮਰੇ ਤੋਂ ਬਾਹਰ ਨਿਕਲ ਆਈ। ਘਬਰਾਹਟ ਤੇ ਡਰ ਦੇ ਮਾਰੇ ਮੇਰੀਆਂ ਅੱਖਾਂ ਵਿੱਚੋਂ ਹੰਝੂ ਵਹਿਣ ਲੱਗੇ। ਉਸ ਸਮੇਂ ਭੈਣ ਵੀ ਕਮਰੇ ਤੋਂ ਬਾਹਰ ਆ ਗਈ ਤੇ ਉਹਨਾਂ ਨੇ ਜਦੋਂ ਮੈਨੂੰ ਰੋਂਦੇ ਹੋਏ ਦੇਖਿਆ ਤਾਂ ਪਰੇਸ਼ਾਨ ਹੋ ਗਈ ਤੇ ਕਹਿਣ ਲੱਗੀ, ਕੀ ਹੋਇਆ, ਤੂੰ ਰੋ ਕਿਉਂ ਰਹੀ ਹੈ। ਉਸ ਸਮੇਂ ਸੇਠਾਣੀ ਵੀ ਉੱਥੇ ਸੀ ਤੇ ਮੈਂ ਉਹਨਾਂ ਦੇ ਸਾਹਮਣੇ
ਕੁਝ ਨਹੀਂ ਕਹਿਣਾ ਚਾਹੁੰਦੀ ਸੀ। ਇਸ ਲਈ ਮੈਂ ਬੋਲ ਦਿੱਤਾ ਕਿ ਕੁਝ ਨਹੀਂ, ਮੇਰੀਆਂ ਅੱਖਾਂ ਵਿੱਚ ਕੁਝ ਪੈ ਗਿਆ ਸੀ, ਇਸ ਲਈ ਹੰਝੂ ਨਿਕਲ ਰਹੇ ਹਨ। ਥੋੜੀ ਦੇਰ ਬਾਅਦ ਅਸੀਂ ਘਰ ਆ ਗਏ। ਮੇਰੀ ਭੈਣ ਨੇ ਕਿਹਾ, ਹੁਣ ਦੱਸ ਕੀ ਗੱਲ ਹੈ? ਮੈਂ ਜਾਣਦੀ ਹਾਂ ਕਿ ਤੇਰੀਆਂ ਅੱਖਾਂ ਵਿੱਚ ਕੁਝ ਨਹੀਂ ਗਿਆ ਸੀ, ਤੂੰ ਕਿਸੇ ਹੋਰ ਗੱਲ ਦੀ ਵਜ੍ਹਾ ਨਾਲ ਰੋ ਰਹੀ ਸੀ। ਤੇਰੀ ਭੈਣ ਆ, ਮੈਂ ਕੀ ਇੰਨੀ ਗੱਲ ਵੀ ਨਹੀਂ ਜਾਣ ਪਾਉਂਗੀ? ਹੁਣ ਮੈਨੂੰ ਸੱਚ ਦੱਸ, ਗੱਲ ਕੀ ਹੈ? ਤੂੰ ਕਿਉਂ ਰੋ ਰਹੀ ਹੈ? ਜਦੋਂ ਮੇਰੀ ਭੈਣ ਨੇ ਇੰਨੇ ਪਿਆਰ ਨਾਲ ਪੁੱਛਿਆ ਤਾਂ ਮੈਂ ਉਸ ਨਾਲ ਲਿਪਟ ਗਈ ਤੇ ਰੋਂਦੇ ਹੋਏ ਸਭ ਦੱਸ ਦਿੱਤਾ। ਮੇਰੀ ਭੈਣ ਤਾਂ ਇਹ ਸਭ ਸੁਣ ਕੇ ਬਹੁਤ ਗੁੱਸਾ ਹੋ ਗਈ। ਗੁੱਸੇ ਵਿੱਚ ਉਸ ਦੀਆਂ ਅੱਖਾਂ ਲਾਲ ਹੋ ਗਈਆਂ। ਉਹਨਾਂ ਨੇ ਕਿਹਾ, ਹੁਣੇ ਚੱਲ ਮੇਰੇ ਨਾਲ ਸੇਠਾਣੀ ਦੇ ਘਰ, ਉਹਨਾਂ ਦੇ ਘਰ ਕੰਮ ਕਰਦੇ ਹਾਂ ਤਾਂ ਕਿ ਉਹਨਾਂ ਲੋਕਾਂ ਨੂੰ ਆਜ਼ਾਦੀ ਹੈ ਸਾਡੇ ਨਾਲ ਏਦਾਂ ਬਦਤਮੀਜ਼ੀ ਕਰਨ ਦੀ। ਉਸ ਮੁੰਡੇ ਦੀ ਹਿੰਮਤ ਕਿਵੇਂ ਹੋਈ ਮੇਰੀ ਭੈਣ ਦੇ ਨਾਲ ਇਹ ਸਭ ਕਰਨ ਦੀ? ਮੈਂ ਕਿਹਾ, ਰਹਿਣ ਦੇ ਭੈਣ, ਕਿਤੇ ਸੇਠਾਣੀ ਸਾਨੂੰ ਨੌਕਰੀ ਤੋਂ ਨਾ ਕੱਢ ਦੇਵੇ, ਫਿਰ ਅਸੀਂ ਕਿੱਥੇ ਜਾਵਾਂਗੇ? ਪੈਸਿਆਂ ਦੀ ਜ਼ਰੂਰਤ ਹੈ ਸਾਨੂੰ। ਮੇਰੀ ਭੈਣ ਨੇ ਕਿਹਾ, ਕੱਢਣਾ ਹੈ ਤਾਂ ਕੱਢ ਦੇਵੇ, ਪਰ ਕੋਈ ਮੇਰੀ ਭੈਣ ਦੇ ਨਾਲ ਏਦਾਂ ਕਰੇ, ਇਹ ਮੈਂ ਬਿਲਕੁਲ ਬਰਦਾਸ਼ਤ ਨਹੀਂ ਕਰ ਸਕਦੀ। ਮੈਂ ਕਿਹਾ, ਰਹਿਣ ਦੇ ਭੈਣ, ਇਸ ਵਾਰ ਜਾਣ ਦੇ, ਜੇ ਉਸਨੇ ਦੁਬਾਰਾ ਏਦਾਂ ਕੀਤਾ ਤਾਂ ਫਿਰ ਆਪਾਂ ਸੇਠਾਣੀ ਨੂੰ ਦੱਸ ਦੇਵਾਂਗੇ, ਕਿਉਂਕਿ ਤੂੰ ਵੀ ਜਾਣਦੀ ਹੈ ਕਿ ਇਸ ਘਰ ਦਾ ਕਿਰਾਇਆ ਦੇਣਾ ਹੁੰਦਾ ਹੈ ਸਾਨੂੰ। ਜੇ ਮਕਾਨ ਮਾਲਕ ਨੂੰ ਪੈਸੇ ਨਹੀਂ ਦਿੱਤੇ ਤਾਂ ਉਹ ਸਾਨੂੰ ਘਰ ਤੋਂ ਕੱਢ ਦੇਵੇਗਾ, ਫਿਰ ਅਸੀਂ ਕਿੱਥੇ ਜਾਵਾਂਗੇ? ਘੱਟ ਤੋਂ ਘੱਟ ਹੁਣ ਸਾਡੇ ਸਿਰ ਤੇ ਛੱਤ ਤਾਂ ਹੈ। ਇਹ ਗੱਲ ਸੁਣ ਕੇ ਭੈਣ ਨੇ ਕਿਹਾ, ਠੀਕ ਹੈ, ਪਰ ਤੂੰ ਹੁਣ ਉਸ ਘਰ ਵਿੱਚ ਕੰਮ ਕਰਨ ਲਈ ਨਹੀਂ ਜਾਵੇਗੀ, ਮੈਂ ਇਕੱਲੇ ਹੀ ਜਾਊਂਗੀ। ਇਹ ਬੋਲ ਕੇ ਭੈਣ ਖਾਣਾ ਬਣਾਉਣ ਲੱਗੀ, ਰਸੋਈ ਵਿੱਚ ਚਲੀ ਗਈ। ਅਗਲੇ ਦਿਨ ਉਹ ਇਕੱਲੇ ਸੇਠਾਣੀ ਦੇ ਘਰ ਗਈ। ਮੈਂ ਕਿਹਾ, ਦੀਦੀ ਮੈਂ ਵੀ ਚੱਲਦੀ ਹਾਂ, ਪਰ ਭੈਣ ਨੇ ਮੇਰੀ ਇੱਕ ਨਹੀਂ ਸੁਣੀ ਤੇ ਇਕੱਲੇ ਚਲੀ ਗਈ। ਜਦੋਂ ਭੈਣ ਕੰਮ ਤੋਂ ਵਾਪਸ ਆਈ ਤਾਂ ਉਹਨਾਂ ਦੀ ਹਾਲਤ ਬਹੁਤ ਖਰਾਬ ਸੀ, ਪੂਰਾ ਸਰੀਰ ਪਸੀਨਾ ਪਸੀਨਾ ਹੋ ਰਿਹਾ ਸੀ, ਪਰ ਭੈਣ ਕੰਬ ਰਹੀ ਸੀ ਜਿਵੇਂ ਕਿ ਉਹਨਾਂ ਨੂੰ ਠੰਡ ਲੱਗ ਰਹੀ ਹੋਵੇ। ਮੈਂ ਜਦੋਂ ਭੈਣ ਨੂੰ ਹੱਥ ਲਾਇਆ ਤਾਂ ਪਤਾ ਚੱਲਿਆ ਕਿ ਭੈਣ ਨੂੰ ਬਹੁਤ ਤੇਜ਼ ਬੁਖਾਰ ਸੀ ਤੇ ਉਹਨਾਂ ਨੂੰ ਠੰਡ ਲੱਗ ਰਹੀ ਸੀ। ਮੈਂ ਜਲਦੀ ਨਾਲ ਉਹਨਾਂ ਨੂੰ ਹਸਪਤਾਲ ਲੈ ਗਈ ਤੇ ਉੱਥੇ ਉਹਨਾਂ ਦਾ ਇਲਾਜ ਕਰਵਾਇਆ। ਡਾਕਟਰ ਨੇ ਮੈਨੂੰ ਦੱਸਿਆ ਕਿ ਤੇਰੀ ਭੈਣ ਨੂੰ ਮਲੇਰੀਆ ਹੋਇਆ ਹੈ ਤੇ ਹੌਲੀ-ਹੌਲੀ ਆਰਾਮ ਮਿਲ ਜਾਵੇਗਾ, ਪਰ ਮੇਰੀ ਭੈਣ ਹੁਣ ਕੋਈ ਕੰਮ ਨਾ ਕਰੇ ਕਿਉਂਕਿ ਉਹਨਾਂ ਨੂੰ ਆਰਾਮ ਦੀ ਬਹੁਤ ਜ਼ਰੂਰਤ ਹੈ। ਹਸਪਤਾਲ ਸਰਕਾਰੀ ਸੀ, ਇਸ ਲਈ ਜ਼ਿਆਦਾ ਖਰਚਾ ਨਹੀਂ ਆਇਆ। ਮੇਰੇ ਕੋਲ ਬਸ ਮੇਰੀ ਭੈਣ ਹੀ ਸੀ ਜੋ ਮੇਰੀ ਬਿਲਕੁਲ ਮਾਂ ਸਮਾਨ ਸੀ। ਜੇ ਉਸ ਨੂੰ ਕੁਝ ਹੋ ਜਾਂਦਾ ਤਾਂ ਮੈਂ ਕਿਵੇਂ ਜੀ ਪਾਉਂਦੀ? ਰੱਬ ਦੀ ਕਿਰਪਾ ਸੀ ਕਿ ਅਗਲੀ ਸਵੇਰ ਤੱਕ ਭੈਣ ਦਾ ਬੁਖਾਰ ਤਾਂ ਉਤਰ ਗਿਆ, ਪਰ ਕਮਜ਼ੋਰੀ ਬਹੁਤ ਜ਼ਿਆਦਾ ਸੀ। ਫਿਰ ਵੀ ਭੈਣ ਹਸਪਤਾਲ ਨੂੰ ਛੱਡ ਕੇ ਸੇਠਾਣੀ ਦੇ ਘਰ ਜਾਣ ਦੇ ਲਈ ਤਿਆਰ ਸੀ। ਮੈਂ ਕਿਹਾ, ਭੈਣ, ਹੁਣ ਡਾਕਟਰ ਨੇ ਤੈਨੂੰ ਆਰਾਮ ਕਰਨ ਨੂੰ ਬੋਲਿਆ ਹੈ, ਤੂੰ ਸੇਠਾਣੀ ਦੇ ਘਰ ਨਹੀਂ ਜਾ ਸਕਦੀ, ਪਹਿਲਾਂ ਠੀਕ ਹੋ ਜਾ ਫੇਰ ਜਾਣਾ। ਤਾਂ ਮੇਰੀ ਭੈਣ ਕਹਿਣ ਲੱਗੀ, ਨਹੀਂ, ਮੈਂ ਛੁੱਟੀ ਨਹੀਂ ਕਰ ਸਕਦੀ। ਉਹ ਤਾਂ ਉੱਠ ਕੇ ਚੱਲਣ ਲੱਗੀ ਤੇ ਜਾਣ ਦੇ ਲਈ ਤਿਆਰ ਸੀ। ਮੇਰੀ ਤਾਂ ਸੁਣ ਹੀ ਨਹੀਂ ਰਹੀ ਸੀ। ਮੈਂ ਕਿਹਾ, ਐਦਾਂ ਦਾ ਕੀ ਕੰਮ ਹੈ ਉੱਥੇ ਜੋ ਜਾਣ ਦੇ ਲਈ ਇੰਨੀ ਬੇਤਾਬ ਹੈ? ਪਰ ਉਹਨਾਂ ਨੇ ਮੇਰੀ ਗੱਲ ਦਾ ਜਵਾਬ ਹੀ ਨਹੀਂ ਦਿੱਤਾ, ਬਸ ਕਮਰੇ ਤੋਂ ਬਾਹਰ ਜਾਣ ਲੱਗੀ। ਮੈਂ ਉਹਨਾਂ ਨੂੰ ਰੋਕਿਆ ਤੇ ਕਿਹਾ, ਠੀਕ ਹੈ, ਇੱਕ ਕੰਮ ਕਰਦੇ ਹਾਂ, ਅੱਜ ਮੈਂ ਇਕੱਲੇ ਕੰਮ ਤੇ ਚਲੀ ਜਾਂਦੀ ਹਾਂ, ਤੂੰ ਆਰਾਮ ਕਰ। ਮੇਰੀ ਗੱਲ ਸੁਣ ਕੇ ਤਾਂ ਉਸਦੇ ਚਿਹਰੇ ਦਾ ਰੰਗ ਹੀ ਉੱਡ ਗਿਆ ਸੀ। ਉਹ ਕਹਿਣ ਲੱਗੀ, ਮੈਂ ਤੈਨੂੰ ਕਦੇ ਇਕੱਲੇ ਨਹੀਂ ਭੇਜ ਸਕਦੀ। ਮੈਂ ਕਿਹਾ, ਠੀਕ ਹੈ, ਤੂੰ ਚੱਲਣਾ ਚਾਹੁੰਦੀ ਹੈ ਤਾਂ ਚੱਲ, ਪਰ ਤੂੰ ਉੱਥੇ ਕੋਈ ਕੰਮ ਨਹੀਂ ਕਰੇਗੀ, ਮੈਂ ਸਾਰਾ ਕੰਮ ਕਰ ਦੇਵਾਂਗੀ, ਬਸ ਤੂੰ ਉੱਥੇ ਇੱਕ ਜਗ੍ਹਾ ਬੈਠੀ ਰਹਿਣਾ। ਮੇਰੀ ਗੱਲ ਸੁਣ ਕੇ ਭੈਣ ਕਹਿਣ ਲੱਗੀ, ਠੀਕ ਹੈ। ਫਿਰ ਅਸੀਂ ਸੇਠਾਣੀ ਦੇ ਘਰ ਪਹੁੰਚੇ। ਮੈਂ ਉਸ ਨੂੰ ਕਿਹਾ ਕਿ ਉਹ ਇੱਕ ਜਗ੍ਹਾ ਬੈਠ ਜਾਵੇ ਜਦੋਂ ਤੱਕ ਮੈਂ ਸਾਰੇ ਕੰਮ ਖਤਮ ਨਾ ਕਰ ਲਵਾਂ। ਉਹ ਇੱਕ ਕੋਨੇ ਵਿੱਚ ਬੈਠ ਗਈ। ਅੱਜ ਮੈਨੂੰ ਸੇਠਾਣੀ ਦਾ ਮੁੰਡਾ ਕਿਤੇ ਵੀ ਨਜ਼ਰ ਨਹੀਂ ਆ ਰਿਹਾ ਸੀ, ਸ਼ਾਇਦ ਵਾਪਸ ਹੋਸਟਲ ਜਾ ਚੁੱਕਿਆ ਸੀ। ਮੈਂ ਪੂਰੇ ਘਰ ਦੀ ਸਫਾਈ ਕੀਤੀ, ਫਿਰ ਭੈਣ ਨੂੰ ਆ ਕੇ ਦੇਖਿਆ ਕਿ ਉਸ ਦੀ ਤਬੀਅਤ ਕਿਵੇਂ ਹੈ। ਭੈਣ ਉਸ ਕੋਨੇ ਵਿੱਚ ਲੇਟੀ ਹੋਈ ਮਿਲੀ, ਸ਼ਾਇਦ ਕਮਜ਼ੋਰੀ ਦੀ ਵਜ੍ਹਾ ਨਾਲ ਉਸ ਤੋਂ ਬੈਠਿਆ ਨਹੀਂ ਜਾ ਰਿਹਾ ਸੀ। ਜਦੋਂ ਮੈਂ ਦੇਖਿਆ ਕਿ ਉਹ ਸੌ ਰਹੀ ਹੈ ਤਾਂ ਮੈਂ ਉਹਨਾਂ ਨੂੰ ਤੰਗ ਨਹੀਂ ਕੀਤਾ ਤੇ ਸੌਣ ਦਿੱਤਾ ਤੇ ਘਰ ਦੇ ਬਾਕੀ ਕੰਮ ਜਲਦੀ ਖਤਮ ਕਰਨ ਲੱਗੀ। ਜਦੋਂ ਸਾਰੇ ਕੰਮ ਖਤਮ ਹੋ ਗਏ ਤਾਂ ਸੇਠਾਣੀ ਕਹਿਣ ਲੱਗੀ ਕਿ ਤੇਰੀ ਭੈਣ ਤਾਂ ਬਹੁਤ ਬਿਮਾਰ ਹੈ, ਇਸ ਦੇ ਹਿੱਸੇ ਦਾ ਕੰਮ ਕੌਣ ਕਰੇਗਾ? ਇਹ ਗੱਲ ਸੁਣ ਕੇ ਮੈਨੂੰ ਉਸ ਸੇਠਾਣੀ ਤੇ ਬਹੁਤ ਗੁੱਸਾ ਆਇਆ ਕਿ ਮੇਰੀ ਭੈਣ ਬਿਮਾਰ ਹੈ ਤੇ ਉਸ ਨੂੰ ਕੰਮ ਦੀ ਪਈ ਹੈ। ਮੈਂ ਕਿਹਾ, ਭੈਣ ਬਿਮਾਰ ਹੈ, ਉਹ ਅੱਜ ਤੁਹਾਡਾ ਕੋਈ ਕੰਮ ਨਹੀਂ ਕਰ ਸਕਦੀ। ਇਸ ਗੱਲ ਤੇ ਉਹ ਸੇਠਾਣੀ ਕਹਿਣ ਲੱਗੀ, ਮੈਂ ਕੁਝ ਨਹੀਂ ਜਾਣਦੀ, ਮੈਨੂੰ ਆਪਣਾ ਕੰਮ ਪੂਰਾ ਚਾਹੀਦਾ ਹੈ, ਤੇਰੀ ਭੈਣ ਤੋਂ ਨਹੀਂ ਹੁੰਦਾ ਤਾਂ ਤੂੰ ਕਰ। ਮੈਂ ਸੋਚਿਆ ਇਹ ਸਹੀ ਮੌਕਾ ਹੈ, ਮੈਨੂੰ ਪਤਾ ਵੀ ਚੱਲ ਜਾਵੇਗਾ ਕਿ
आखिर अंदर जाके मेरी भैन करदी की है। ये सोच के मैं कहा ठीक है, भैन वाला काम मैं कर दूंगी। मैं ये गल जानन नूं बेताब सी कि आखिर भैन इन्ने घंटे की काम करदी सी जिस दे लई सेठानी उसनूं इन्ने सारे पैसे दिंदी सी। क्योंकि मैं भैन दी अलमारी विच 2-2 हज़ार दे कई नोट रखे हुए देखे सी। पर जिवें ही मैं सेठानी दे कमरे विच जाण लगी, मेरी भैन मैनूं गुस्सा करन लगी ते कहण लगी, तू ये काम नहीं करेगी। मेरी भैन मैनूं जबरदस्ती उत्थों खिंच के लै गई। शायद उसने मेरी ते सेठानी दे विच दी गल सुन लई सी। ਉਹ ਮੈਨੂੰ ਬਾਹਰ ਲੈ ਕੇ ਆਈ। ਸ਼ਾਮ ਨੂੰ ਮੈਂ ਆਪਣੀ ਭੈਣ ਨੂੰ ਡਾਕਟਰ ਕੋਲ ਲੈ ਕੇ ਗਈ। ਅਗਲੇ ਦਿਨ ਮੇਰੀ ਭੈਣ ਦਵਾਈ ਖਾ ਕੇ ਸੌ ਗਈ। ਜਦੋਂ ਉਹ ਗੂੜੀ ਨੀਂਦ ਵਿੱਚ ਸੌ ਰਹੀ ਸੀ ਤਾਂ ਮੈਂ ਲੁੱਕ ਕੇ ਘਰ ਤੋਂ ਬਾਹਰ ਨਿਕਲ ਗਈ, ਕਿਉਂਕਿ ਮੈਂ ਇਹ ਜਾਣਨਾ ਚਾਹੁੰਦੀ ਸੀ ਕਿ ਆਖਰ ਇਦਾਂ ਦਾ ਕੀ ਕੰਮ ਸੀ ਜੋ ਭੈਣ ਮੈਨੂੰ ਨਹੀਂ ਕਰਨ ਦੇਣਾ ਚਾਹੁੰਦੀ ਸੀ। ਹੁਣ ਮੈਨੂੰ ਉਸ ਬੰਦ ਦਰਵਾਜ਼ੇ ਦੇ ਪਿੱਛੇ ਦਾ ਰਾਜ ਜਾਣਨਾ ਸੀ। ਮੈਂ ਸੋਚ ਲਿਆ ਸੀ ਕਿ ਅੱਜ ਕੁਝ ਵੀ ਹੋ ਜਾਵੇ, ਮੈਂ ਇਹ ਜਾਣ ਕੇ ਹੀ ਰਹਾਂਗੀ ਕਿ ਆਖਰ ਭੈਣ ਉਸ ਬੰਦ ਕਮਰੇ ਵਿੱਚ ਕਰਦੀ ਕੀ ਹੈ। ਇਸ ਲਈ ਮੈਂ ਇਸ ਵਾਰ ਸੇਠਾਣੀ ਦੇ ਘਰ ਇਕੱਲੇ ਚਲੀ ਗਈ। ਜਦੋਂ ਸੇਠਾਣੀ ਨੇ ਮੈਨੂੰ ਇਕੱਲੇ ਦੇਖਿਆ ਤਾਂ ਕਿਹਾ ਕਿ ਤੇਰੀ ਭੈਣ ਦੀ ਤਬੀਅਤ ਹੁਣ ਤੱਕ ਠੀਕ ਨਹੀਂ ਹੋਈ। ਮੈਂ ਕਿਹਾ ਨਹੀਂ, ਡਾਕਟਰ ਨੇ ਕਿਹਾ ਹੈ ਕਿ ਅਜੇ ਥੋੜੇ ਦਿਨ ਲੱਗ ਜਾਣਗੇ ਪੂਰੀ ਤਰ੍ਹਾਂ ਠੀਕ ਹੋਣ ਵਿੱਚ। ਇਹ ਦੱਸ ਕੇ ਮੈਂ ਆਪਣੇ ਸਾਰੇ ਕੰਮ ਖਤਮ ਕਰਨ ਵਿੱਚ ਲੱਗ ਗਈ। ਜਦੋਂ ਸਾਰੇ ਕੰਮ ਪੂਰੇ ਕੀਤੇ ਤਾਂ ਸੇਠਾਣੀ ਨੂੰ ਕਿਹਾ ਕਿ ਮੈਂ ਉਹ ਕੰਮ ਕਰਾਂ ਜੋ ਮੇਰੀ ਭੈਣ ਕਰਦੀ ਹੈ। ਉਹ ਕਹਿਣ ਲੱਗੀ ਕਿ ਮੈਂ ਜਾਣਦੀ ਹਾਂ ਤੇਰੀ ਭੈਣ ਨਹੀਂ ਚਾਹੁੰਦੀ ਕਿ ਤੂੰ ਉਹ ਕੰਮ ਕਰੇ, ਪਰ ਤੂੰ ਸਮਝ ਮੇਰੀ ਗੱਲ, ਮੈਨੂੰ ਉਸ ਦੀ ਜ਼ਰੂਰਤ ਹੈ। ਮੈਂ ਉਸ ਦੇ ਬਿਨਾਂ ਇੱਕ ਦਿਨ ਵੀ ਨਹੀਂ ਰਹਿ ਸਕਦੀ। ਫਿਰ ਉਹਨਾਂ ਨੇ ਕਿਹਾ ਕਿ ਉਹ ਮੈਨੂੰ ਡਬਲ ਪੈਸੇ ਦੇਵੇਗੀ ਜਿੰਨਾ ਮੇਰੀ ਭੈਣ ਨੂੰ ਦਿੰਦੀ ਸੀ। ਮੈਂ ਕਿਹਾ ਠੀਕ ਹੈ, ਹਾਂ ਮੈਨੂੰ ਪੈਸੇ ਦੀ ਜ਼ਰੂਰਤ ਸੀ, ਪਰ ਮੈਨੂੰ ਉਸ ਤੋਂ ਜ਼ਿਆਦਾ ਇਹ ਜਾਣਨ ਵਿੱਚ ਦਿਲਚਸਪੀ ਸੀ ਕਿ ਉਹ ਉੱਥੇ ਮੇਰੀ ਭੈਣ ਤੋਂ ਕੀ ਕੰਮ ਕਰਵਾਉਂਦੀ ਹੈ। ਜਦੋਂ ਮੈਂ ਸੇਠਾਣੀ ਨੂੰ ਹਾਂ ਕਰ ਦਿੱਤੀ ਤਾਂ ਉਹ ਬਹੁਤ ਖੁਸ਼ ਹੋ ਗਈ ਤੇ ਮੈਨੂੰ ਆਪਣੇ ਕਮਰੇ ਵਿੱਚ ਲੈ ਗਈ। ਮੈਂ ਜਦੋਂ ਸੇਠਾਣੀ ਦੇ ਕਮਰੇ ਵਿੱਚ ਗਈ ਤਾਂ ਪੂਰੇ ਕਮਰੇ ਵਿੱਚ ਚਾਰੇ ਪਾਸੇ ਹਨੇਰਾ ਛਾਇਆ ਹੋਇਆ ਸੀ। ਅੰਦਰ ਜਾਂਦੇ ਹੀ ਸੇਠਾਣੀ ਨੇ ਇੱਕ ਛੋਟੀ ਜਿਹੀ ਲਾਈਟ ਜਗਾ ਦਿੱਤੀ ਜਿਸ ਦੀ ਬਹੁਤ ਹਲਕੀ ਰੋਸ਼ਨੀ ਸੀ। ਉਸ ਦੇ ਬਾਅਦ ਉਹ ਬਾਥਰੂਮ ਵਿੱਚ ਚਲੀ ਗਈ। ਮੈਂ ਧੜਕਦੇ ਦਿਲ ਦੇ ਨਾਲ ਕਮਰੇ ਵਿੱਚ ਜਾ ਕੇ ਬੈੱਡ ਤੇ ਬੈਠ ਗਈ। ਕੁਝ ਦੇਰ ਬਾਅਦ ਜਦੋਂ ਉਹ ਸੇਠਾਣੀ ਵਾਪਸ ਆਈ ਤਾਂ ਜਿਵੇਂ ਮੇਰੇ ਹੋਸ਼ ਹੀ ਉੱਡ ਗਏ। ਸੇਠਾਣੀ ਨੇ ਇੱਕ ਨਾਈਟ ਸੂਟ ਪਾਇਆ ਹੋਇਆ ਸੀ। ਉਸ ਦੇ ਬਾਅਦ ਸੇਠਾਣੀ ਨੇ ਜੋ ਕੀਤਾ ਉਸ ਨੂੰ ਦੇਖ ਕੇ ਤਾਂ ਮੇਰੇ ਪੈਰਾਂ ਥੱਲੋਂ ਜ਼ਮੀਨ ਖਿਸਕ ਗਈ। ਉਹ ਨਾਈਟ ਸੂਟ ਪਾ ਕੇ ਨਿਕਲੀ ਤੇ ਸਿੱਧੇ ਦਰਵਾਜ਼ੇ ਕੋਲ ਗਈ ਤੇ ਦਰਵਾਜ਼ੇ ਤੇ ਪਹੁੰਚ ਕੇ ਉਹਨਾਂ ਨੇ ਦਰਵਾਜ਼ੇ ਨੂੰ ਅੰਦਰ ਤੋਂ ਕੁੰਡੀ ਲਗਾ ਦਿੱਤੀ। ਮੈਨੂੰ ਤਾਂ ਕੁਝ ਸਮਝ ਨਹੀਂ ਆ ਰਿਹਾ ਸੀ ਕਿ ਉਹ ਮੇਰੇ ਤੋਂ ਕੀ ਕੰਮ ਕਰਵਾਉਣਾ ਚਾਹੁੰਦੀ ਹੈ। ਮੈਂ ਡਰ ਦੇ ਮਾਰੇ ਝਟਕੇ ਦੇ ਨਾਲ ਖੜੀ ਹੋ ਗਈ, ਪਰ ਇੰਨੀ ਦੇਰ ਵਿੱਚ ਉਹ ਮੇਰੇ ਕੋਲ ਆ ਗਈ। ਮੇਰਾ ਦਿਲ ਜ਼ੋਰ-ਜ਼ੋਰ ਨਾਲ ਧੱਕ-ਧੱਕ ਆ ਰਿਹਾ ਸੀ। ਉਸ ਸਮੇਂ ਸੇਠਾਣੀ ਨੇ ਇੱਕ ਤੇਲ ਦੀ ਬੋਤਲ ਮੈਨੂੰ ਦਿੱਤੀ ਤੇ ਕਹਿਣ ਲੱਗੀ, ਮੇਰੀ ਇਸ ਤੇਲ ਦੇ ਨਾਲ ਮਾਲਿਸ਼ ਕਰ ਦੇ, ਤੇ ਉਹ ਵੀ ਬਿਨਾਂ ਰੁਕੇ। ਮੈਨੂੰ ਉਸ ਦੀ ਮਾਲਿਸ਼ ਕਰਨੀ ਸੀ। ਉਹ ਇੱਕ ਬਹੁਤ ਮੋਟੀ ਔਰਤ ਸੀ ਤੇ ਉਸ ਦੇ ਸਰੀਰ ਵਿੱਚ ਦਰਦ ਦੀ ਸ਼ਿਕਾਇਤ ਰਹਿੰਦੀ ਸੀ। ਉਹ ਹਰ ਰੋਜ਼ ਮੇਰੀ ਭੈਣ ਤੋਂ 2-3 ਘੰਟੇ ਮਾਲਿਸ਼ ਕਰਵਾਉਂਦੀ ਸੀ। ਮੇਰੀ ਭੈਣ ਥਕਾਨ ਨਾਲ ਬੇਹਾਲ ਜਿਹੀ ਹੋ ਜਾਂਦੀ ਸੀ। ਉਸ ਤੇਲ ਵਿੱਚ ਬਹੁਤ ਸਾਰੀਆਂ ਜੜੀਆਂ ਬੂਟੀਆਂ ਮਿਲੀਆਂ ਹੋਈਆਂ ਸੀ, ਜਿਸ ਦੀ ਵਜ੍ਹਾ ਨਾਲ ਜਦੋਂ ਮੈਂ ਸੇਠਾਣੀ ਦੀ ਮਾਲਿਸ਼ ਕਰਨੀ ਸ਼ੁਰੂ ਕੀਤੀ ਤਾਂ ਮੇਰੀਆਂ ਅੱਖਾਂ ਤੋਂ ਲਗਾਤਾਰ ਪਾਣੀ ਆ ਰਿਹਾ ਸੀ। ਲਗਾਤਾਰ 2 ਘੰਟੇ ਤੱਕ ਸੇਠਾਣੀ ਦੀ ਮਾਲਿਸ਼ ਕਰਨ ਤੋਂ ਬਾਅਦ ਮੈਂ ਅੱਜ ਖੁਦ ਪਸੀਨੇ ਨਾਲ ਭਿੱਜ ਚੁੱਕੀ ਸੀ। ਜਦੋਂ ਮੈਂ ਮਾਲਿਸ਼ ਕਰਨਾ ਬੰਦ ਕੀਤਾ ਤਾਂ ਸੇਠਾਣੀ ਨੇ ਮੈਨੂੰ ਰੁਪਏ ਦਿੱਤੇ ਤੇ ਕਹਿਣ ਲੱਗੀ ਕਿ ਇਹ ਬਿਮਾਰੀ ਮੇਰੀ ਬਹੁਤ ਵੱਡੀ ਮਜਬੂਰੀ ਬਣ ਗਈ ਹੈ। ਇਸ ਤੇਲ ਵਿੱਚ ਕੁਝ ਖਾਸ ਜੜੀਆਂ ਬੂਟੀਆਂ ਹਨ। ਇਸ ਦੇ ਮਾਲਿਸ਼ ਦੇ ਬਾਅਦ ਹੀ ਮੈਂ ਉੱਠ ਬੈਠ ਪਾਉਂਦੀ ਹਾਂ, ਚਲਦੀ ਫਿਰਦੀ ਹਾਂ, ਨਹੀਂ ਤਾਂ ਇੱਕ ਕਦਮ ਵੀ ਉਠਾਉਣ ਵਿੱਚ ਮੇਰੀ ਚੀਕ ਨਿਕਲ ਜਾਂਦੀ ਹੈ। ਇਸ ਮਾਲਿਸ਼ ਨਾਲ ਮੈਨੂੰ ਬਹੁਤ ਆਰਾਮ ਮਿਲਦਾ ਹੈ। ਫਿਰ ਉਹ ਕਹਿਣ ਲੱਗੀ ਕਿ ਮੈਨੂੰ ਤੇਰੀ ਭੈਣ ਨੇ ਦੱਸਿਆ ਸੀ ਕਿ ਮੇਰੇ ਮੁੰਡੇ ਨੇ ਤੇਰੇ ਨਾਲ ਬਦਤਮੀਜ਼ੀ ਕੀਤੀ ਸੀ। ਮੈਂ ਉਸ ਨੂੰ ਇਸ ਗੱਲ ਤੇ ਬਹੁਤ ਗੁੱਸਾ ਕੀਤਾ ਸੀ ਤੇ ਮੈਂ ਤੇਰੇ ਤੋਂ ਵੀ ਮਾਫੀ ਮੰਗਦੀ ਹਾਂ। ਅੱਗੇ ਤੋਂ ਉਹ ਤੈਨੂੰ ਕੁਝ ਨਹੀਂ ਕਹੇਗਾ। ਮੈਂ ਸੇਠਾਣੀ ਨੂੰ ਕਿਹਾ ਕਿ ਮੈਂ ਬਸ ਇੰਨਾ ਚਾਹੁੰਦੀ ਹਾਂ ਕਿ ਉਹ ਮੇਰੀ ਕਿਸੇ ਵੀ ਕੁੜੀ ਨਾਲ ਬਦਤਮੀਜ਼ੀ ਨਾ ਕਰੇ। ਤੁਸੀਂ ਕਿਰਪਾ ਕਰਕੇ ਉਸ ਨੂੰ ਚੰਗੀ ਸਿੱਖਿਆ ਦਿਓ। ਉਸ ਦੇ ਬਾਅਦ ਮੈਂ ਉਸ ਨੂੰ ਕੁਝ ਵੀ ਨਹੀਂ ਕਿਹਾ ਤੇ ਕਮਰੇ ਦਾ ਦਰਵਾਜ਼ਾ ਖੋਲ੍ਹ ਕੇ ਬਾਹਰ ਆ ਗਈ। ਮੈਨੂੰ ਮੇਰੀ ਭੈਣ ਦੇ ਬਾਰੇ ਹਰ ਸਵਾਲ ਦਾ ਜਵਾਬ ਮਿਲ ਚੁੱਕਿਆ ਸੀ। ਮੈਂ ਜਿੰਨੀ ਵੀ ਆਪਣੀ ਭੈਣ ਦੀ ਇੱਜ਼ਤ ਕਰਦੀ ਸੀ, ਉਹ ਵੀ ਆਪਣੀ ਆਪ ਦੀ ਪਰਵਾਹ ਕੀਤੇ ਬਗੈਰ ਸਿਰਫ ਇੱਕ ਦਿਨ ਮਾਲਿਸ਼ ਕਰਕੇ ਹੀ ਮੈਨੂੰ ਪਤਾ ਚੱਲ ਗਿਆ ਸੀ ਕਿ ਇਹ ਕਿੰਨੀ ਮਿਹਨਤ ਦਾ ਕੰਮ ਹੈ। ਮੈਨੂੰ ਇਦਾਂ ਲੱਗ ਰਿਹਾ ਸੀ
ਜਿਵੇਂ ਕਿਸੇ ਨੇ ਮੇਰੇ ਪੂਰੇ ਸਰੀਰ ਦੀ એનર્ਜੀ ਚੂਸ ਲਈ ਹੋਵੇ। ਇੰਨੀ ਥਕਾਵਟ ਤਾਂ ਮੈਨੂੰ ਪੂਰੇ ਘਰ ਦਾ ਕੰਮ ਕਰਨ ਵਿੱਚ ਵੀ ਨਹੀਂ ਹੋਈ ਸੀ। ਅੱਜ ਮੇਰੀ ਨਜ਼ਰ ਵਿੱਚ ਉਹਨਾਂ ਦੀ ਇੱਜ਼ਤ ਹੋਰ ਵੀ ਵੱਧ ਗਈ ਤੇ ਮੈਂ ਆਪਣੇ ਆਪ ਤੇ ਬਹੁਤ ਸ਼ਰਮਿੰਦਾ ਸੀ ਕਿ ਮੈਂ ਆਪਣੀ ਭੈਣ ਬਾਰੇ ਇੰਨਾ ਗਲਤ ਸੋਚਿਆ। ਦੋਸਤੋ, ਇਸ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਕਿਸੇ ਬਾਰੇ ਗਲਤ ਨਹੀਂ ਸੋਚਣਾ ਚਾਹੀਦਾ ਜਦੋਂ ਤੱਕ ਤੁਹਾਨੂੰ ਪੂਰੀ ਸੱਚਾਈ ਨਾ ਪਤਾ ਹੋਵੇ। ਦੋਸਤੋ, ਕੀ ਤੁਹਾਡੇ ਨਾਲ ਵੀ ਕਦੇ ਇਦਾਂ ਹੋਇਆ ਹੈ ਕਿ ਕਿਸੇ ਇਨਸਾਨ ਨੂੰ ਤੁਸੀਂ ਗਲਤ ਸਮਝਿਆ ਹੋਵੇ ਤੇ ਉਹ ਅਸਲ ਵਿੱਚ ਇਦਾਂ ਦਾ ਨਹੀਂ ਬਲਕਿ ਬਹੁਤ ਚੰਗਾ ਇਨਸਾਨ ਹੋਵੇ? ਜੇ ਹਾਂ ਤਾਂ ਆਪਣਾ ਅਨੁਭਵ ਕਮੈਂਟ ਬਾਕਸ ਵਿੱਚ ਲਿਖ ਕੇ ਜ਼ਰੂਰ ਸ਼ੇਅਰ ਕਰਨਾ।